BTC ਨੈਟਵਰਕ ਦਰਸ਼ਕਾਂ ਦਾ ਮੁੱਦਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਹੈ ਜੀ। ਬੀਤੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਵਾਈ ਸੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਉਹਨਾਂ ਅਫਸਰਸ ਦੀ, ਜਿਹੜੇ ਤੁਹਾਨੂੰ ਦੱਸ ਰਹੇ ਸੀ ਕਿ ਜੇ ਤੁਸੀਂ ਟ੍ਰੈਫਿਕ ਏਜੰਟ ਬਣਨਾ ਹੈ ਨਿਊਯਾਰਕ ਦੇ ਵਿੱਚ ਤਾਂ ਕੀ ਕੁਝ ਕਰਨਾ ਪੈਣਾ ਹੈ ਔਰ ਤੁਹਾਡੇ ਵਾਸਤੇ ਬੈਨੀਫਿਟਸ ਕੀ ਹੈਗੇ ਨੇ। ਪਰ ਜਿੱਦਾਂ ਮੈਂ ਪਹਿਲਾਂ ਦੱਸ ਰਿਹਾ, ਨਿਊਯਾਰਕ ਪੁਲਿਸ ਡਿਪਾਰਟਮੈਂਟ ਦੁਨੀਆ ਦੀਆਂ ਸਭ ਤੋਂ ਵੱਡੀਆਂ ਫੋਰਸਿਸ ਦੇ ਵਿੱਚ ਹੈਗੀਆਂ ਨੇ। ਬੀਤੇ ਦਿਨ ਸਾਡੇ ਮਹਿਮਾਨ ਦੱਸ ਚੁੱਕੇ ਸੀ ਕਿ 35,000 ਐਕਟਿਵ ਮੁਲਾਜ਼ਮ ਨੇ ਔਰ 15,000 ਸਿਵਲੀਅਨ ਮੁਲਾਜ਼ਮ, ਯਾਨੀ 50,000 ਮੁਲਾਜ਼ਮਾਂ ਵਾਲੀ ਪੁਲਿਸ ਫੋਰਸ ਹੈ। ਤੇ ਜੇ ਤੁਸੀਂ ਇਸ ਫੋਰਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਕਲਰ ਟ੍ਰੈਫਿਕ ਨਹੀਂ, ਹੋਰ ਬਹੁਤ ਸਾਰੇ ਰਸਤੇ ਨੇ। ਔਰ ਜ਼ਰੂਰੀ ਨਹੀਂ ਕਿ ਤੁਸੀਂ ਸਿਟੀਜ਼ਨ ਹੋਣ, ਤੁਸੀਂ ਗ੍ਰੀਨ ਕਾਰਡ ਹੋਲਡਰ ਹੋਣ ਤੇ ਜਾਂ ਵਰਕ ਪਰਮਿਟ ਹੁੰਦਿਆਂ ਤੇ ਵੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰ ਸਕਦੇ ਹੋ। ਸੋ ਉਹ ਕੀ ਰਾਸਤੇ ਨੇ, ਅੱਜ ਥੋੜੀ ਡਿਟੇਲ ਉਹਦੇ ਵਿੱਚ ਜਾਵਾਂਗੇ। ਜਿਹੜਾ ਮਹਿਮਾਨਾਂ ਨੂੰ ਅੱਜ ਅਸੀਂ ਸੱਦਾ ਦੁਬਾਰਾ ਦਿੱਤਾ ਹੈ, ਬੀਤੇ ਦਿਨ ਤੁਸੀਂ ਦੇਖਿਆ ਸੀ ਲੈਫਟੀਨੈਂਟ ਐਰਿਕ ਸੈਂਚਜ਼ ਸਾਡੇ ਵਿਚਕਾਰ ਮੌਜੂਦ ਸਨ। ਲੈਫਟੀਨੈਂਟ, ਥੈਂਕ ਯੂ ਵੈਰੀ ਮਚ ਫॉर ਸਟੇਇੰਗ ਵਿਦ ਅਸ ਕੰਟੀਨਿਊਸਲੀ ਫॉर द सेकंड एपिसोड। Great, thank you for your time once again. You're most welcome। and ਪੁਲਿਸ ਆਫਸਰ ਗੁਰਵਿੰਦਰ ਸਿੰਘ ਬਾਦਸ਼ਾਹ ਸਾਡੇ ਨਾਲ ਮੌਜੂਦ ਨੇ। ਗੁਰਵਿੰਦਰ, ਥੈਂਕ ਯੂ ਫॉर योर टाइम। No problem। ਔਰ ਤੁਸੀਂ ਇਹਨਾਂ ਨੂੰ ਪਹਿਲਾਂ ਵੀ ਦੇ ਚੁੱਕੇ ਹੋ PTC ਨਿਊਜ਼ ਦੇ ਉੱਤੇ, ਜਿਹਦੇ 'ਚ ਇਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਸੀਂ ਕਿੱਦਾਂ ਜੁਆਇਨ ਕਰ ਸਕਦੇ ਹੋ। ਓਕੇ, ਲੈਫਟੀਨੈਂਟ ਸੈਂਚਜ਼, ਫਰਸਟ ਆਫ ਆਲ you talked about it in the last episode also. How many streams are there? How many possibilities of work are there in NYPD apart from NYPD traffic agents? There's over 200 titles within the agency. We have uniform police officers, obviously, and then we have civilian titles that support police operations. And some of the larger ones that we hire hundreds of people for: school safety officers, traffic agents, school crossing guards, and dispatchers. Those are the biggest titles that we have outside of police officers. Alright, ਗੁਰਵਿੰਦਰ, ਸੋ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਤੁਸੀਂ ਸਿਵਿਲੀਅਨ ਹੋ ਕੇ ਵੀ ਜੌਬ ਕਰ ਸਕਦੇ ਹੋ NYPD ਦੇ ਵਿੱਚ, ਤਾਂ ਆਪਾਂ ਬਾਰ-ਬਾਰ ਪੰਜਾਬੀ ਕਮਿਊਨਿਟੀ, ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਕਿਹਾ ਸੀ, ਬਾਰ-ਬਾਰ ਕਹਿੰਦੇ ਆ ਕਿ ਪੰਜਾਬੀ ਸਟਰੋਂਗ ਬੜੇ ਆ, ਪਰ ਨਿਊਯਾਰਕ ਦੇ ਵਿੱਚ ਜਾਂ ਪੂਰੇ ਅਮਰੀਕਾ ਦੇ ਵਿੱਚ ਹਾਲੇ ਸਾਡੇ ਲੋਕਾਂ ਦੀ ਗਿਣਤੀ ਹੁਣ ਸ਼ੁਰੂ ਹੋ ਰਹੀ ਹੈ ਫੋਰਸਿਸ ਵਿੱਚ, ਜਦ ਕਿ ਇਹ ਓਪਰਚੁਨਿਟੀ ਅੱਛੀ ਹੈ ਹਨਾ। ਹੁਣ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ, ਕਿਉਂ ਸਾਡੇ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਆ? ਇੱਕ ਤਾਂ ਪਹਿਲੀ ਗੱਲ, ਜੌਬ ਬਹੁਤ ਸਿਕਿਉਰ ਹੈਗੀ ਹੈ, ਬੈਨੀਫਿਟ ਇਹਦੇ ਹੈਗੇ ਆ ਜੌਬ ਦੇ, ਤੇ ਕਾਫੀ ਜੌਬ ਇਦਾਂ ਦੀ ਹੈਗੀਆਂ ਆਪਣੇ ਲੋਕ ਜਿੱਦਾਂ ਇੱਕੋ ਚੀਜ਼ ਕਰੀ ਜਾਂਦੇ ਹੈਗੇ। ਜੇ ਉਬਰ ਡਰਾਈਵ ਕਰਨ ਜਾਂਦੇ ਉਬਰ ਕਰਦੇ ਆ, ਟੈਕਸੀ ਕਰੀ ਜਾਂਦੇ ਆ, ਕੰਸਟਰਕਸ਼ਨ ਕਰੀ ਜਾਂਦੇ ਆ, ਉਹਨਾਂ ਨੂੰ ਸਗੋਂ ਛੱਡ ਕੇ ਇਦਾਂ ਹੀ ਜੌਬ ਦੇ ਵਿੱਚ ਆਉਣਾ ਚਾਹੀਦਾ ਜੋ ਕਿ ਸਿਟੀ ਪ੍ਰੋਵਾਈਡ ਕਰਦੀ ਹੈ, ਤੁਹਾਨੂੰ ਬੈਨੀਫਿਟ ਦਿੰਦੀ ਹੈ, ਤੁਹਾਡੀ ਫੈਮਿਲੀ ਨੂੰ ਬੈਨੀਫਿਟ ਮਿਲਦਾ ਹੈਗਾ, ਤੇ ਸਿਕਿਉਰ ਜੌਬ ਹੈਗੀ ਹੈ, ਮੇਨ ਚੀਜ਼ ਹੈਗੀ ਹੈ। ਤੇ ਬੈਨੀਫਿਟ ਤੁਹਾਡੇ ਰਿਟਾਇਰਮੈਂਟ ਪਲਾਨ ਹੈਗੇ ਜੌਬ ਦੇ। ਤੇ ਹੁਣ ਜੌਬ ਦੇ ਵਿੱਚ ਕੁਝ ਇਦਾਂ ਦੀ ਜੌਬਸ ਵੀ ਹੈਗੀਆਂ ਇਹਨਾਂ ਦੇ ਵਿੱਚ ਜੋ ਕਿ ਵਰਕ ਪਰਮਿਟ ਨਾਲ ਮਿਲ ਜਾਂਦੀਆਂ ਹੈਗੀਆਂ। ਓਕੇ, ਹਾਂਜੀ, ਜੋ ਕਿ ਹੁਣ ਰਾਈਟ ਗ੍ਰੀਨ ਕਾਰਡ ਵੀ ਨਹੀਂ, ਇਕੱਲੇ ਵਰਕ ਪਰਮਿਟ। ਹਾਂਜੀ, ਜੋ ਕਿ ਹੁਣ ਟੈਸਟ ਆਪਣਾ ਓਪਨ ਹੈਗਾ ਟ੍ਰੈਫਿਕ ਏਜੰਟ ਦਾ, ਜੋ ਕਿ ਬਹੁਤ ਵਧੀਆ ਜੌਬ ਹੈਗੀ ਹੈ। ਇਹਦੇ ਵਿੱਚ ਪ੍ਰਮੋਸ਼ਨ ਓਪਰਚੁਨਿਟੀ ਹੈਗੀਆਂ ਤੁਹਾਡੀਆਂ। ਅਰ ਕੋਈ ਯੰਗ ਬੰਦਾ ਜੁਆਇਨ ਕਰਦਾ ਹੈਗਾ ਟ੍ਰੈਫਿਕ ਦੀ, ਤਾਂ ਲੇਟਰ ਉਹਨੂੰ ਪੁਲਿਸ ਆਫਸਰ ਵੀ ਬਣ ਸਕਦਾ ਹੈਗਾ ਪ੍ਰਮੋਸ਼ਨ ਐਗਜ਼ਾਮ ਦੇ ਕੇ, ਅਗਰ 35 ਤੋਂ ਘੱਟ ਹੈਗਾ। ਤੇ ਮਤਲਬ ਕਿ ਜੌਬਸ ਕਾਫੀ ਓਪਨ ਹੈਗੀਆਂ। ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈਗਾ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਕਿ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ ਹੈਗਾ ਵਿੱਚ ਆਪਣੇ, ਨਾ ਕਿ ਜੋ ਕਿ ਆਪਣੇ ਪੁਰਾਣੇ ਕਰੀ ਜਾਂਦੇ ਆ ਕੰਮ ਉਦਾਂ ਉਹਨੂੰ ਛੱਡ ਕੇ ਕੰਮਾਂ ਨੂੰ ਹੁਣ ਨਵੀਂ ਵਧੀਆ ਤਰੀਕੇ ਨਾਲ, ਜਿਹਨਾਂ ਕਿ ਸਪੈਸ਼ਲੀ ਜੋ ਮੁਲਕ ਖੁਦ ਸੱਦਾ ਦੇ ਰਿਹਾ, ਮੁਲਕ ਖੁਦ ਸੱਦਾ ਦੇ ਰਿਹਾ ਤੁਹਾਨੂੰ। ਰਾਈਟ, ਓਕੇ। ਸੋ ਲੈਫਟੀਨੈਂਟ, when we talk about a possibility of working on the work permit, I'm not asking for a legal opinion, but it's just a general opinion. Does it help the person further in future when he applies for citizenship or a permanent residency in the country? Well, the thing is, we have the one title, traffic agents and the school crossing guards, that don't require citizenship. But now, when you join us as a traffic agent, you don't have to have your citizenship. But if you do apply and gain your citizenship, there are other titles within the agency that you can promote to. One of them being police officer. We offer a promotional exam where you can move up and become from within the organization. From within the organization, yes, you can move up to become a police officer. So it definitely would behoove you to achieve your citizenship. But while you're working towards that, you can join us as a traffic agent or as a crossing guard. ਸੋ ਉਹਦੇ ਨਾਲ ਗੁਰਵਿੰਦਰ ਕੇ ਤੁਹਾਡਾ ਪਿਛੋਕੜ ਵੀ ਕਲੀਅਰ ਹੋ ਜਾਂਦਾ, ਆਲਰੇਡੀ ਪੁਲਿਸ ਫੋਰਸ ਦੇ ਕੋਲ ਹੈਗਾ ਆ, ਤੇ ਦੂਜੇ ਪਾਸੇ ਇਹ ਚੀਜ਼ ਤੁਹਾਨੂੰ ਲਗਾਤਾਰ ਆਪਣੇ ਪੱਕੇ ਹੋਣ ਦੇ ਵਾਸਤੇ ਵੀ ਫਾਇਦਾ ਦਿੰਦੀ ਆ। ਉਹਦਾ ਦੇਖੋ ਇਦਾਂ ਗੱਲ ਹੈਗੀ ਹੈ, ਜਿੱਦਾਂ ਆਪਣੇ ਲੋਕਾਂ ਨੂੰ ਅਗਰ ਕਿਸੇ ਕੋਲ ਵਰਕ ਪਰਮਿਟ ਹੁੰਦਾ ਹੈ, ਗ੍ਰੀਨ ਕਾਰਡ ਹੁੰਦਾ, ਅਗਰ ਸਿਟੀ ਦੀ ਜੌਬ ਕਰ ਰਹੇ ਹੈਗੇ, ਇਹਦਾ ਫਾਇਦਾ ਤਾਂ ਹੁੰਦਾ ਹੀ ਹੈਗਾ। ਜਦੋਂ ਤੁਸੀਂ ਅਪਲਾਈ ਕਰਦੇ ਹੋ, ਉਹਨੂੰ ਦੇਖਣਾ ਗੁੱਡ ਸਿਟੀਜ਼ਨ ਹੈਗਾ ਬੰਦਾ, ਵੀ ਚੰਗੀ ਹੈਲਪ ਕਰ ਰਿਹਾ ਹੈਗਾ ਆਪਣਾ ਜੌਬ ਦੇ ਵਿੱਚ। You are a law abiding citizen, you are a respectable citizen, ਸੋ ਆ ਚੀਜ਼ਾਂ ਦਾ you're making yourself accountable to the country. ਸੋ ਇਨ ਚੀਜ਼ਾਂ ਦਾ ਫਰਕ ਪੈਂਦਾ ਹੈਗਾ। ਜੇ ਮਤਲਬ ਕਿ ਅਗਰ ਬੰਦਾ ਸ਼ੁਰੂ ਕਰੇ ਅੱਜ ਜੌਬ ਤੋਂ, ਤਾਂ ਲੇਟਰ ਔਨ ਸਿਟੀਜ਼ਨਸ਼ਿਪ ਜਾਂ ਕੁਝ ਲੈਣੀ ਹੈਗਾ, ਉਹਦੇ ਵਿੱਚ ਫਰਕ ਪਊਗਾ ਇਸ ਚੀਜ਼ ਦਾ। Okay, so when we talk about recruitment in all the different streams, school crossing guard, how important is this job for the force? It's extremely important. I mean, we have our youth, and our priority is to get them in and out of school safely so that
they can become the leaders of tomorrow. We need to get them there safely, or that learning can't occur. So that's an extremely important function, and it's a part-time job. So the crossing guards are stationed in the morning, at recess, and at the end of the day, at dismissal time. So that's a part-time job, and what it does offer people is health benefits if you work more than 20 hours a week. So it's a great opportunity for someone looking for part-time employment with full-time benefits. That's very important. You get full benefits. Okay, number two. So if you get recruited, if you want to work as a school crossing guard, do you get a chance to work in the area you live in, or you can be sent anywhere in the city? Well, similar to our traffic agents, school safety agents, and basically all the titles, we do offer you the opportunity to request where you'd like to work. Of course, needs of the agency, what we're going to go by, but we do try to accommodate people, and our ultimate goal obviously is a happy workforce. We want people to be engaged into what they're doing, and to want to make their best effort. So we do try to accommodate. And because they're going to be there on 3 different times, you of course want them to be close by. Yes. It is a unique position in that you have to be there 3 times, and in fact, even if there's a fire drill, we need you there at that point too. So, for that reason, it is unique in that you're going to the post several times a day. How do they get paid? They get paid $13.50 an hour. It's hourly work, and that's basically the only part-time position that we offer. Most of the other jobs we offer, Which is much more than full-time. what Amazon or any other company or Walmart is paying you. $13.50 an hour. $13.5 per ਘੰਟਾ ਤੁਹਾਨੂੰ ਸਿਰਫ ਸਕੂਲ ਕ੍ਰਾਸਿੰਗ ਗਾਰਡ ਦੀ ਜੌਬ ਤੇ ਮਿਲਦੇ ਨੇ, ਜਿਹਦੇ ਤੁਸੀਂ ਦਿਨ 'ਚ 3 ਵਾਰੀ ਆ ਕੇ ਕੰਮ ਕਰਨਾ ਹੁੰਦਾ ਹੈ। ਗੁਰਵਿੰਦਰ, ਰੀਸੈਂਟ ਦਿਨਾਂ ਦੇ ਵਿੱਚ ਆਪਣੀ ਕਮਿਊਨਿਟੀ 'ਚੋਂ ਬਹੁਤ ਲੋਕ ਸਕੂਲ ਕ੍ਰਾਸਿੰਗ ਗਾਰਡ ਦੇ ਵਿੱਚ ਆਉਣੇ ਸ਼ੁਰੂ ਹੋਏ ਨੇ। ਹਾਂਜੀ, ਆਪਣੀ ਕਮਿਊਨਿਟੀ ਤੋਂ ਜਿੱਦਾਂ ਲੋਕਾਂ ਨੂੰ ਪਤਾ ਲੱਗਿਆ ਹੈਗਾ ਆਉਣੇ ਸ਼ੁਰੂ ਹੋਏ ਹੈਗੇ ਆ, ਤੇ ਪਰ ਜਿੱਦਾਂ ਕੁਈਨਜ਼ ਏਰੀਆ ਦੇ ਵਿੱਚ ਕਾਫੀ ਆਪਣੀ ਕਮਿਊਨਿਟੀ ਹੈਗੀ ਹੈ, ਸਿੱਖ ਕਮਿਊਨਿਟੀ, ਰਿਚਮੰਡ ਹਿਲ ਵਗੈਰਾ, ਤੇ ਉੱਥੇ ਦੇ ਲੋਕੀ ਮੈਂ ਦੇਖਿਆ ਹੈਗਾ ਆਪਣੀ ਲੇਡੀਜ਼ ਪਹਿਲਾਂ ਡਰਦੇ ਆ, ਲੋਕੀ ਪੁੱਛਦੇ ਆ ਜਦੋਂ ਮੈਂ ਇੱਥੇ ਸੈਮੀਨਾਰ ਲਗਾ ਰਿਹਾ ਹੁੰਦਾ ਕਿ ਲੇਡੀਜ਼ ਵੀ ਕੰਮ ਕਰ ਸਕਦੀਆਂ ਹੈਗੀਆਂ, ਤੇ ਹੁਣ ਆਪਾਂ ਮਤਲਬ ਕਿ ਇਸ ਕੰਟਰੀ 'ਚ ਆ ਕੇ ਲੋਕਾਂ ਨੂੰ ਤੇ ਇਕੁਅਲ ਇਸ ਵਾਰ ਹੋਣਾ ਨਹੀਂ ਚਾਹੀਦਾ, ਪਰ ਫਿਰ ਵੀ ਤੌਖਲਾ ਹੈਗਾ। ਹਾਂਜੀ, ਪਰ ਇੱਥੇ ਕੰਮ ਕਰ ਸਕਦੀਆਂ, ਲੇਡੀਜ਼ ਵੀ ਕੰਮ ਕਰ ਸਕਦੀਆਂ, ਜੈਂਟਸ ਵੀ ਕੰਮ ਕਰ ਸਕਦੇ ਆ, ਤੇ ਵਧੀਆ ਜੌਬ ਹੈਗੀ ਹੈ। ਤੇ ਇਕੁਅਲ ਓਪਰਚੁਨਿਟੀ, ਇਕੁਅਲ ਟ੍ਰੇਨਿੰਗ, ਇਕੁਅਲ ਟ੍ਰੇਨਿੰਗ, ਇਕੁਅਲ ਪੇ, ਐਵਰੀਥਿੰਗ ਦੋਨਾਂ ਲਈ ਸੇਮ ਹੀ ਹੁੰਦਾ ਹੈਗਾ ਲੇਡੀਜ਼ ਤੇ ਬੰਦਿਆਂ ਲਈ। ਤੇ ਮਤਲਬ ਕਿ 20 ਆਵਰ ਤੋਂ ਬਾਅਦ ਤੁਹਾਨੂੰ ਬੈਨੀਫਿਟ ਮਿਲ ਜਾਂਦੇ ਆ ਜੌਬ ਦੇ ਵਿੱਚ। $13.50 ਤੁਹਾਨੂੰ ਮਿਲਦੇ ਹੈਗੇ ਆ। ਹੁਣ ਤੁਸੀਂ ਆਮ ਜੌਬ ਕਰੋ ਕਿਤੇ ਨਹੀਂ ਤੁਹਾਨੂੰ $13.50 ਮਿਲਦੇ, ਪਲੱਸ ਬੈਨੀਫਿਟ ਹੁੰਦੇ ਆ। ਲੋਕੀ 6-7 ਨਵੇੜ ਦਿੰਦੇ ਨੇ ਸਟੋਰਾਂ 'ਚ। ਯੈਸ, ਆਪਣੇ ਦੇਸੀ ਲੋਕੀ ਮਿਹਨਤੀ ਬਹੁਤ ਹੈਗੇ, ਆਪਣੇ ਪੰਜਾਬੀ ਬੰਦੇ ਬਹੁਤ ਮਿਹਨਤੀ ਹੈਗੇ ਆ, ਬਹੁਤ ਕੰਮ ਕਰਦੇ ਆ, 7 ਦਿਨ ਕੰਮ ਕਰਦੇ ਆ ਲੋਕੀ। ਇਹਨਾਂ ਜੌਬਾਂ ਦੇ ਵਿੱਚ ਕੰਮ ਵੀ ਤੁਹਾਨੂੰ ਘੱਟ ਕਰਨਾ ਹੈਗਾ, ਤੇ ਤੁਹਾਨੂੰ ਜੌਬ ਪੈਸੇ ਵੀ ਵੱਧ ਮਿਲਦੇ ਹੈਗੇ ਆ, ਤੇ ਪਲੱਸ ਤੁਹਾਨੂੰ ਦੇਖਿਆ ਜਾਵੇ ਦੂਜੀ ਜਗ੍ਹਾ ਦੇ ਬੈਨੀਫਿਟ। ਸੋ ਜੇ ਤੁਸੀਂ ਇਹ ਵੀ ਸੋਚੋ ਕਿ ਤੁਹਾਨੂੰ ਕਿਸੇ ਦੂਰ ਦੇ ਬੋਰਾ 'ਚ ਵੀ ਜੌਬ ਮਿਲਦੀ ਆ, ਪਰ ਜੇ ਤੁਸੀਂ 3 ਟਾਈਮ ਜਾ ਰਹੇ ਹੋ ਉੱਥੇ, ਤੁਹਾਡੇ ਘੱਟੋ ਘੱਟ 4 ਤੋਂ 5 ਘੰਟੇ ਦੀ ਜੌਬ ਹੋ ਜਾਂਦੀ ਹੈ। 4 ਤੋਂ 5 ਘੰਟੇ ਦੀ ਹੋ ਜਾਂਦੀ ਹੈ। Alright, so it's good enough. People end up working approximately 4 to 5 hours a day as a school crossing guard. Yeah, as a general rule of thumb, yes. All right. So we talked about. I spoke to Gurvinder about women getting a lot of opportunity in working in this particular field, and they by nature are more caring. So as a school guard, they're more effective, I guess. Well, I don't know if we could say that. I mean, as a general rule, or I don't want to say. You're equal opportunity employees. I understand. No, of course, but the crossing guard population is about 80% women. That's just who's drawn to that type of work. But again, we want to offer everybody the opportunity. In this particular position, like we said before, it's a part-time job, but it's an opportunity to serve the community. That's really, I think, what people are drawn to with this title, is the opportunity to get kids into school and out of school safely. I think is really the draw to this title. But isn't this an added opportunity to boost your morale, your confidence, and how to lead, to learn? Oh, absolutely. And we've actually done some internal surveys, and most of the school crossing guards that we employ, they like their job, they feel empowered, they love helping the community. And the pay and benefits is just additional, but I think that's really what attracts people, is the fact that it's service to the community. You get to go back home by the time your kids are home. Sure, absolutely. Another added benefit. All right. So ਅਸੀਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕ ਰਹੇ ਹਾਂ। ਇਹਦੇ ਨਾਲ ਕੁਝ ਹੋਰ ਕਿਹੜੇ ਕੰਮ ਹੈਗੇ ਜਿਨ੍ਹਾਂ ਦੇ ਵਿੱਚ ਤੁਸੀਂ ਨਿਊਯਾਰਕ ਪੁਲਿਸ ਡਿਪਾਰਟਮੈਂਟ 'ਚ ਕਰ ਸਕਦੇ ਹੋ। ਕੱਲੇ ਜ਼ਰੂਰੀ ਨਹੀਂ ਕਿ ਤੁਸੀਂ ਕੱਚੇ ਹੋਵੋ ਜਾਂ ਵਰਕ ਪਰਮਿਟ ਤੇ ਹੋਵੋ, ਤੁਸੀਂ ਪੜ੍ਹੇ ਲਿਖੇ ਹੋ ਤਾਂ ਕਿਹੜੇ ਫੀਲਡਸ ਵਿੱਚ ਜਾ ਸਕਦੇ ਹੋ, ਉਹਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫੇਰ ਜਾਰੀ ਹੈ। ਅਸੀਂ ਗੱਲ ਕਰ ਰਹੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੰਮ ਦੀਆਂ ਓਪਰਚੁਨਿਟੀਜ਼ ਦੇ ਬਾਰੇ, ਔਰ ਇੱਕ ਵੱਡੀ ਖਬਰ ਜਿਹੜੀ ਅਸੀਂ ਪਿਛਲੇ 1.5 ਸਾਲ ਤੋਂ ਬਾਰ-ਬਾਰ ਹੈਮਰ ਕਰ ਰਹੇ ਹਾਂ, ਤੁਹਾਨੂੰ ਫੇਰ ਯਾਦ ਕਰਾ ਦਾਂ। ਇਸ ਪੁਲਿਸ ਫੋਰਸ ਦੇ ਵਿੱਚ ਤੁਹਾਨੂੰ ਪੱਗ ਬੰਨ੍ਹ ਕੇ ਕੰਮ ਕਰਨ ਦੀ ਪਰਮਿਸ਼ਨ ਹੈ। ਗੁਰਵਿੰਦਰ, ਇਹਦੇ ਨਾਲ ਕਿੰਨੇ ਕੁ ਨਵੇਂ ਲੋਕਾਂ ਨੂੰ ਲੱਗਿਆ ਹੈ ਕਿ ਅਸੀਂ ਹੁਣ ਆਈਏ? ਨਹੀਂ, ਹੁਣ ਆਪਣਾ ਜਦੋਂ ਇਹਨਾਂ ਨੇ ਅਪਰੂਵ ਕੀਤੀ ਹੈਗੀ ਟਰਬਨ, ਤੇ ਕਾਫੀ ਆਪਣੇ ਪੰਜਾਬੀ ਮੁੰਡੇ ਆ ਰਹੇ ਹੈਗੇ ਜੌਬ ਦੇ ਵਿੱਚ, ਤੇ ਵਧੀਆ ਗੱਲ ਹੈਗੀ, ਆਉਣਾ ਚਾਹੀਦੀ। ਪਹਿਲਾਂ ਲੋਕੀ ਆਪਣੇ ਬੱਚੇ ਡਰਦੇ ਸੀਗੇ ਕਿ ਨਹੀਂ ਟਰਬਨ ਅਪਰੂਵ ਨਹੀਂ ਹੈਗੀ, ਨਹੀਂ ਜੁਆਇਨ ਕਰਨੀ ਹੈਗੀ, ਪਰ ਹੁਣ ਡਿਪਾਰਟਮੈਂਟ ਦੀ ਇਕੁਅਲ ਓਪਰਚੁਨਿਟੀ ਹੈਗੀ ਹੈ ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ। ਪੱਗ ਓਪਨ ਟਰਬਨ ਅਪਰੂਵ ਕਰਤੀ ਹੈਗੀ ਹੈ ਤੇ ਕੋਈ ਬੰਦਾ ਪੱਗ ਬੰਨ੍ਹ ਕੇ ਫੁੱਲ ਬੀਐਡ ਕਰਕੇ ਜੌਬ ਕਰ ਸਕਦਾ ਹੈਗਾ। ਤੇ ਹੁਣ ਤੁਸੀਂ ਦੇਖੇ ਹੋਗੇ ਸਿਟੀ ਦੇ ਵਿੱਚ ਕਾਫੀ ਆਪਣੇ ਪੰਜਾਬੀ ਮੁੰਡੇ ਆ ਰਹੇ ਹੈਗੇ ਜੋ ਕਿ ਬਲਕਿ ਲੜਕੀਆਂ ਨੇ ਵੀ ਕੇਸ ਕੀ ਬਣ ਕੇ ਜੌਬ ਲੜਕੀਆਂ ਵੀ ਹਾਂ ਕੇਸ ਕੀ ਬਣ ਕੇ ਜੁਆਇਨ ਕੀਤੀ ਹੋਈ ਹੈ। ਰਾਈਟ। Okay, so Lieutenant, when we talk about the auxiliary force, how is it different from traffic agents and school crossing guards? Okay, well, the auxiliaries are volunteers. They're on their own time. They want to help out in the community. They want to help out the department. So they're basically a volunteer force. Whereas the crossing guards, the traffic agents, those are paid employees. All right. And does it help somebody if he wants to get into the force later on to get into the auxiliary first? It doesn't help you because we are governed by civil service law. So, we just have a checklist that you have to, pass each stage to be hired. But what it does offer you is the opportunity to, work side by side with, the NYPD and really just learn how we work, learn the organization, the organizational culture, and things of that nature. So ultimately it helps. Indirectly it helps ultimately. Indirectly, yes, of course, because you really get a good feel for who we are, what we do as the NYPD. But the whole culture and operations of the force. So ਤੁਹਾਨੂੰ ਲੱਗਦਾ ਹੈ ਕਿ ਜੇ ਹੋਰ ਕੁਝ ਨਹੀਂ ਕਰ ਰਹੇ ਤਾਂ auxiliary force join ਕਰਨਾ beneficial ਹੈ? ਰਾਈਟ, ਜ਼ਰੂਰ। ਜੇ ਕੁਝ ਆਪਣੇ ਬੱਚੇ ਨਹੀਂ ਕਰਦੇ ਤਾਂ ਉਹਨਾਂ ਨੂੰ auxiliary ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈਗਾ। ਉਹਦੇ ਨਾਲ ਮਤਲਬ ਕਿ ਤੁਹਾਡਾ ਫਾਇਦਾ ਹੀ ਹੈਗਾ, ਬੈਨੀਫਿਟ ਮਿਲਦਾ ਹੈਗਾ। ਤੇ ਆਪਣਾ ਬਜ਼ੁਰਗ ਵੀ ਜੁਆਇਨ ਕਰ ਸਕਦੇ ਹੈਗੇ, ਜਿਹੜੇ ਕਈ ਲੋਕਾਂ ਨੂੰ ਸ਼ੌਂਕ ਹੁੰਦਾ ਹੈ ਇੰਡੀਆ ਤੋਂ ਰਿਟਾਇਰ ਹੁੰਦੇ ਹੈਗੇ ਆ, ਤੇ ਇੱਥੇ ਆਪਣੀ ਕਮਿਊਨਿਟੀ ਦੇ ਵਿੱਚ ਜਾ ਕੇ ਲੋਕਲ ਪ੍ਰੀਸਨ ਦੇ ਵਿੱਚ ਜਾ ਕੇ ਤੁਸੀਂ ਨਾਮ ਲਿਖਾ ਸਕਦੇ ਹੋ ਤੇ auxiliary ਦਾ ਜੁਆਇਨ ਕਰ ਸਕਦੇ ਹੋ। ਕਿ ਜਿੱਦਾਂ ਕਿ ਮੈਂ ਕਾਫੀ ਵਾਰ ਸੈਮੀਨਾਰ ਲਗਾਉਂਦੇ ਹੈਗੇ, ਪਰ ਆਪਣੇ ਲੋਕੀ ਜਿਹੜੇ ਰਿਟਾਇਰ ਹੁੰਦੇ ਆ ਇੰਡੀਆ ਤੋਂ ਪੁਲਿਸ ਵਾਲੇ, ਉਹਨਾਂ ਦਾ ਦਿਲ ਕਰਦਾ ਕਿ ਇੱਥੇ ਵੀ ਸਰਵਿਸ ਕਰੀਏ, ਇੱਥੇ ਵੀ ਹੈਲਪ ਕਰੀਏ ਲੋਕਾਂ ਦੀ, ਤਾਂ ਉਹ auxiliary ਪੁਲਿਸ ਜੁਆਇਨ ਕਰ ਸਕਦੇ ਆਪਣੀ ਲੋਕਲ ਪ੍ਰੀਸਨ। You can be a bridge between the force and the community. Yeah. Right. Okay. So if somebody has a college degree and they want to go into, say, law or forensic sciences or any other field, what are the possibilities? Okay, well, we right now we're not giving an exam for police officers, but we generally give it about once every year to 18 months. Within that title, we do have opportunities to apply to specialty units once you finish your probationary period. I mean, me, myself, I worked in the office of policy and planning at one point when I was a sergeant. So that's management. Right, absolutely. Management analysis and planning. So, again, those with college degrees can apply to specialty units where those skills would be utilized. And you could do that once you finish your probationary period. So, those opportunities are certainly there with this agency, and you have to start first as a police officer, which, again, we just gave an exam back in June and July, and we anticipate the next one being, sometime next year in 2019. Okay, I'm gonna add another supplementary questions into that. ਜੇ ਤੁਸੀਂ ਕਿਸੇ ਹੋਰ ਸੀਨੀਅਰ ਰੈਂਕ ਦੇ ਵਿੱਚ ਸਪੈਸ਼ਲਟੀ ਯੂਨਿਟ ਦੇ ਵਿੱਚ ਜਾਣਾ ਹੈ ਤਾਂ ਵੀ ਸ਼ੁਰੂ ਤੁਸੀਂ ਪੁਲਿਸ ਅਫਸਰ ਦੇ ਤੌਰ ਤੇ ਹੀ ਹੋਣਾ ਹੈ। So if let's say there are some specific works or specific areas which are special only to the police department. For example, I mentioned forensic earlier. Do you have to be educated in that field already, or does the police provides training for that? Well, some of our specialty units do require, prior knowledge of a specific area, and others don't. For instance, for law, probably you need a degree already. Yes. I mean, for our highway division, you have to know how to ride a motorcycle going in. It's not something that they could teach you in that short period of time. To work in our firearms and tactics area, you have to be a very good shooter. So those type of things, you have to have prior knowledge. Or experience. In other areas, they teach you when you apply. So, we have a wide range of opportunities for people with prior skill sets
and those who want to learn new skill sets once they're in the agency. But there's a wide variety. You can be a management professional, you can be a forensic scientist, you can be a good shooter, you can be a good rider, and you have a chance to work with the force. Cool. That's a huge possibility for anyone in this community ਜਿਨ੍ਹਾਂ ਦੇ ਵਾਸਤੇ ਅਸੀਂ ਗੱਲ ਕਰ ਰਹੇ ਹਾਂ। ਗੁਰਵਿੰਦਰ, ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਸਪੈਸ਼ਲਿਟੀ ਸਟਰੀਮਸ ਦੀ, ਕਦੇ ਨੋਟ ਕੀਤਾ ਹੈ ਕਿ ਸਾਡੀ ਕਮਿਊਨਿਟੀ 'ਚ ਲੋਕ ਕਿਹੜੇ ਕੰਮ ਵੱਲ ਨੂੰ ਜ਼ਿਆਦਾ ਜਾਣਾ ਚਾਹ ਰਹੇ ਨੇ? ਆਪਣੇ ਲੋਕੀ ਜਿੱਦਾਂ ਇੰਡੀਆ ਤੋਂ ਚੰਗੀ ਸਟੱਡੀ ਕੀਤੀ ਹੁੰਦੀ ਹੈ ਲੋਕਾਂ ਨੇ, ਮਾਸਟਰ ਡਿਗਰੀ ਵੀ ਹੈਗੇ ਆ, ਬੈਚਲਰ ਡਿਗਰੀ ਵੀ ਹੈਗੇ ਆ, ਤੇ ਮੋਸਟਲੀ ਆਈਟੀ ਸੈਕਸ਼ਨ ਵੱਲ ਹੈਗੇ ਆ। ਲੋਕਾਂ ਦਾ ਹੁੰਦਾ ਇੰਟਰਸਟ ਹੁੰਦਾ ਆਈਟੀ ਸੈਕਸ਼ਨ ਦੇ ਵਿੱਚ, ਤੇ ਜੌਬ ਡਿਪਾਰਟਮੈਂਟ ਵਿੱਚ ਆਈਟੀ ਸੈਕਸ਼ਨ ਦੀ ਜੌਬ ਵੀ ਹੈਗੀਆਂ ਜੋ ਕਿ ਤੁਸੀਂ ਖੁਦ ਕਾਫੀ ਯੂਨਿਟ ਹੈਗੀਆਂ ਡਿਪਾਰਟਮੈਂਟ ਕੋਲ ਨਾ, ਜੋ ਵੀ ਤੁਹਾਡਾ ਦਿਲ ਕਰਦਾ ਬੰਦੇ ਦਾ ਉਸ ਯੂਨਿਟ ਦੇ ਵਿੱਚ ਜਾ ਸਕਦਾ ਹੈਗਾ। ਜਿਵੇਂ ਕਿਸੇ ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ ਨਾਲ ਰਿਲੇਟਡ ਉਹਦੇ ਵਿੱਚ ਜਾ ਸਕਦਾ ਯੂਨਿਟ ਦੇ ਵਿੱਚ। ਮਤਲਬ ਕਿ ਆਪਣੇ ਲੋਕਾਂ ਕੋਲ ਕਾਫੀਆਂ ਕੋਲ ਜਦੋਂ ਅਸੀਂ ਸੈਮੀਨਾਰ ਲਗਾ ਰਹੇ ਹੁੰਦੇ ਹਾਂ ਤਾਂ ਲੋਕਾਂ ਕੋਲ ਆਈਟੀ ਸੈਕਸ਼ਨ ਦੀਆਂ ਡਿਗਰੀਜ਼ ਹੁੰਦੀਆਂ ਹੈਗੀਆਂ, ਤਾਂ ਉਹਨੂੰ ਪੁੱਛਦੇ ਹੈਗੇ ਆ ਵੀ ਅਸੀਂ ਕਿੱਦਾਂ ਯੂਟਿਲਾਈਜ਼ ਕਰ ਸਕਦੇ ਹਾਂ ਡਿਗਰੀ ਨੂੰ। ਪਰ ਜੁਆਇਨ ਐਜ਼ ਅ ਪੁਲਿਸ ਆਫਸਰ ਹੀ ਕਰਨਾ ਹੈ। ਪੁਲਿਸ ਆਫਸਰ ਕਰ ਸਕਦਾ। ਪਰ ਉਹਦੇ 'ਚ ਫਿਰ ਤੁਹਾਨੂੰ ਸਟਰੀਟ ਤੇ ਬੀਟ ਲਾਉਣੀ ਪੈਂਦੀ ਹੈ ਜਾਂ ਤੁਸੀਂ ਉਸੇ ਫੀਲਡ ਦੇ ਵਿੱਚ? ਅਗਰ ਨਹੀਂ, ਜੇ ਤੁਸੀਂ ਮਤਲਬ ਕਿ ਮਾਸਟਰ ਕੀਤੀ ਹੋਈ ਹੈ, ਉਹ ਹੈਲਪ ਕਰਦੀ ਹੈਗੀ। ਤੁਸੀਂ ਅੱਗੇ ਪਹਿਲਾਂ ਸਟਾਰਟਿੰਗ ਤੁਹਾਨੂੰ ਪੁਲਿਸ ਅਫਸਰ ਸਟਰੀਟ ਤੋਂ ਹੀ ਕਰਨੀ ਪੈਣੀ ਹੈਗੀ ਹੈ, ਤੇ ਉਸ ਤੋਂ ਬਾਅਦ 6 ਮਹੀਨੇ ਜਾਂ ਸਾਲ, ਜਦੋਂ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੁੰਦਾ, ਆਫਟਰ ਪ੍ਰੋਬੇਸ਼ਨ ਪੀਰੀਅਡ ਤੁਸੀਂ ਅਪਲਾਈ ਕਰ ਸਕਦੇ ਹੋ ਡਿਫਰੈਂਟ ਯੂਨਿਟ ਦੇ ਵਿੱਚ। ਤੇ ਅਗਰ ਤੁਹਾਡੀ ਕੋਲ ਮਾਸਟਰ ਡਿਗਰੀ ਹੈਗੀ ਤਾਂ ਬਹੁਤ ਜ਼ਿਆਦਾ ਹੈਲਪਫੁਲ ਕਰਦੀ ਹੈਗੀ ਹੈ। ਬੈਚਲਰ ਡਿਗਰੀ ਹੈਗੀ ਉਹ ਵੀ ਤੁਹਾਨੂੰ ਇੰਡੀਆ ਦੀ ਵੀ ਹੋ ਸਕਦੀ ਹੈ। ਇੰਡੀਆ ਦੀ ਤੁਸੀਂ ਇਵੈਲੂਏਸ਼ਨ ਕਰਾ ਸਕਦੇ ਹੋ ਇੱਥੇ। ਹਾਂ, ਤੇ ਤੁਸੀਂ ਸਾਰੀ ਡਿਗਰੀ ਇੰਡੀਆ ਦੀਆਂ ਇੱਥੇ ਇਵੈਲੂਏਸ਼ਨ ਹੋ ਜਾਂਦੀ ਹੈਗੀਆਂ, ਤੇ ਕਰਾ ਕੇ ਉਹਨਾਂ ਨੂੰ, ਤੇ ਉਹਨਾਂ ਦਾ ਜਦੋਂ ਵੀ ਤੁਸੀਂ 2 ਸਾਲ ਬਾਅਦ ਜਿਹੜੀ ਮਰਜ਼ੀ ਫੀਲਡ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੋਬ ਦੇ ਵਿੱਚ। Cool, that's a good information. So Jitsi, if you already have a master's degree from India, you can get it evaluated here and then you can apply for a further important job or in your particular field. So ਦੋ important exam ਵੀ ਹੋਰ ਆ ਰਹੇ ਨੇ ਜਿਹੜੇ ਇਸੇ ਸਾਲ ਦੇ ਅੰਦਰ ਆਣੇ ਨੇ, ਤੇ ਅਸੀਂ ਇੱਕ ਵਾਰ ਫਿਰ ਜਾਣ ਲੈਂਦੇ ਹਾਂ the 2 important exams that you want to talk about. Okay, well, right now we're offering the traffic agent exam, and that's going to be ongoing throughout the month of September. Comes October, we're going to be offering a school safety agent exam. And then in November, we're going to go back to the traffic agent exam. So we're going to go on this alternating schedule up until June of next year. So we're going to offer people opportunities to take these 2 important exams, throughout this next fiscal year. So 10 months and 10 different opportunities to get into the force. That is correct. And in between, we'll also be offering the 911 dispatcher exam. So that's another opportunity, that's available in the next upcoming year. ਤੇ ਇਹ ਤਿੰਨ ਚਾਂਸਸ ਤਾਂ ਜਿਹੜੇ ਹੋ ਹੀ ਗਏ ਨੇ, 911 ਆਪਰੇਟਰ, ਉਸ ਤੋਂ ਇਲਾਵਾ ਟ੍ਰੈਫਿਕ ਏਜੰਟ ਐਂਡ ਸਕੂਲ ਸੇਫਟੀ ਏਜੰਟ। ਗੁਰਵਿੰਦਰ, ਤੁਸੀਂ ਆਲਰੇਡੀ ਸਾਨੂੰ ਇਨਫੋਰਮੇਸ਼ਨ ਪਹਿਲਾਂ ਵੀ ਦਿੱਤੀ ਸੀਗੀ, ਥੋੜਾ ਜਿਹਾ ਦੱਸੋਗੇ ਇੱਕ ਵਾਰ ਦੁਬਾਰਾ ਕਿ ਹੁਣ ਇਹ ਐਗਜ਼ਾਮਸ ਜਿਹੜੇ ਨੇ ਇਹਨਾਂ ਦਾ ਸਕੇਜੂਲ ਤੁਹਾਡੇ ਕੋਲ ਹੈਗਾ ਆ ਤੇ ਲੋਕ ਕਿੱਦਾਂ ਰੀਚ ਕਰਨ ਤੁਹਾਨੂੰ? ਹਾਂਜੀ, ਹੁਣ ਆਪਾਂ ਪਹਿਲਾ ਸੈਮੀਨਾਰ ਲਗਾਉਣ ਜਾ ਰਹੇ ਹਾਂ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਨਾ, 9530 118 ਸਟਰੀਟ ਤੇ, ਸੈਪਟੈਂਬਰ 13 ਨੂੰ ਸ਼ਾਮ ਨੂੰ 6 ਤੋਂ 8 ਵਜੇ ਤੱਕ। ਤੇ ਮੇਨ ਸਾਡਾ ਮਕਸਦ ਹੈਗਾ ਉਹਦੇ ਵਿੱਚ ਲੋਕਾਂ ਨੂੰ ਔਨ ਦ ਸਪਾਟ ਸਾਈਨ ਅਪ ਕਰੀਏ, ਤੇ ਅਸੀਂ ਸਾਈਨ ਅਪ ਕਰਾਂਗੇ ਲੋਕਾਂ ਨੂੰ ਜਿਹੜੇ ਵੀ ਸੈਮੀਨਾਰ, ਹਾਂਜੀ ਜਿਹੜੇ ਵੀ ਸੈਮੀਨਾਰ ਜਿਨ੍ਹਾਂ ਦਾ ਦਿਲ ਕਰ, ਕਈਆਂ ਕੋਲ ਲੋਕਾਂ ਕੋਲ ਐਕਸੈਸ ਨਹੀਂ ਹੁੰਦਾ ਕੰਪਿਊਟਰ ਦਾ, ਅਸੀਂ ਉੱਥੇ ਮਤਲਬ ਕਿ ਕੰਪਿਊਟਰ ਸੈਟਅਪ ਕੀਤਾ ਹੋਊਗਾ, ਤੇ ਉੱਥੇ ਨਾਲ ਦੀ ਨਾਲ ਲੋਕਾਂ ਨੂੰ ਐਗਜ਼ਾਮ ਲਈ ਸੈਟਅਪ ਕਰਾਂਗੇ, ਐਗਜ਼ਾਮੀਨੇਸ਼ਨ ਫੀਸ ਕਰਕੇ ਜਿੱਦਾਂ। ਤੇ ਇਹਦਾ ਹੈਗਾ ਤੇ 2 ਘੰਟੇ ਦਾ ਸਾਡਾ ਸੈਮੀਨਾਰ ਹੋਗਾ 6 ਤੋਂ 8 ਵਜੇ ਤੱਕ ਗੁਰਦੁਆਰਾ ਆਪਣਾ ਰਿਚਮੰਡ ਹਿੱਲ ਦੇ ਵਿੱਚ। ਤੇ ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ, ਆਪਣੇ ਜਿਹੜੇ ਵਿਚਾਰੇ ਪੰਜਾਬੀ ਮਿਹਨਤ ਕਰਦੇ ਨੇ ਹੋਰ ਕੰਮ ਕਰਨ ਦੀ ਬਜਾਏ ਇਹਦੇ ਵਿੱਚ ਜੁਆਇਨ ਕਰੋ, ਜੋ ਕਿ ਆਪਣਾ ਵਰਕ ਆਥੋਰਾਈਜੇਸ਼ਨ ਦੇ ਨਾਲ ਹੀ ਤੁਸੀਂ ਕਰ ਸਕਦੇ ਹੋ। ਜੇ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਜਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ, ਤੁਹਾਡੇ ਕੋਲ ਮੌਕਾ ਹੈਗਾ ਹੈ ਪੁਲਿਸ ਫੋਰਸ ਚ। ਇਹਦੇ ਲਈ ਸਿਰਫ ਵਰਕ ਆਥੋਰਾਈਜੇਸ਼ਨ ਵੀ ਹੈਗਾ ਤਾਂ ਵੀ ਚੱਲ ਜਾਂਦਾ, ਗ੍ਰੀਨ ਕਾਰਡ ਨਾਲ ਵੀ ਵਰਕ ਆਥੋਰਾਈਜੇਸ਼ਨ ਨਾਲ ਚੱਲ ਜਾਂਦਾ। ਤੇ ਤੁਹਾਨੂੰ GED ਚਾਹੀਦੀ ਹੁੰਦੀ ਹੈ, ਉਹ ਬੜੀ ਈਜ਼ੀ ਹੁੰਦੇ। ਬਾਅਦ ਦੇ ਸਟੈਪ ਹੈਗੇ, ਮੇਨ ਸਟੈਪ ਹੈਗਾ ਜੋ ਕਿ ਆਪਣਾ ਟੈਸਟ ਦੇਣ ਦਾ, ਜੋ ਕਿ ਹੁਣ ਸੈਪਟੈਂਬਰ 29 ਤੱਕ ਹੈਗਾ, ਟੈਸਟ ਦੇ ਸਕਦੇ ਹੋ। ਤੇ ਉਸ ਦਿਨ ਜ਼ਰੂਰ ਆਓ ਆਪਣਾ 6 ਤੋਂ 8 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਉੱਥੇ ਜੋ ਵੀ ਤੁਹਾਨੂੰ ਗੱਲਬਾਤ ਕਰਨੀ ਹੈ 1 to 1 ਆਪਾਂ ਉੱਥੇ ਹੋਵਾਂਗੇ ਸਾਰੇ ਜਣੇ, ਤੇ ਗੱਲ ਕਰਾਂਗੇ, ਤੇ ਨਾਲ ਦੀ ਨਾਲ ਔਨ ਦ ਸਪਾਟ ਹੀ ਤੁਹਾਨੂੰ ਸਾਈਨ ਅਪ ਕਰਾਵਾਂਗੇ ਐਗਜ਼ਾਮ ਦੇ ਲਈ। ਓਕੇ, ਇਸ ਤੋਂ ਪਹਿਲਾਂ ਤੁਸੀਂ ਇਜਾਜ਼ਤ ਲਓ, ਕਮਿਊਨਿਟੀ ਨੂੰ ਮੈਸੇਜ ਕੀ ਦੇਣਾ ਇਹ ਦੱਸ ਦਿਓ। ਕਮਿਊਨਿਟੀ ਨੂੰ ਮੈਸੇਜ ਹੈਗਾ ਕਿ ਵੱਧ ਤੋਂ ਵੱਧ ਜੁਆਇਨ ਕਰੋ, ਕਿਉਂਕਿ ਗਵਰਨਮੈਂਟ ਦਾ ਇਹਨਾਂ ਡਿਪਾਰਟਮੈਂਟ ਦਾ ਖੁੱਲ੍ਹਾ ਸੱਦਾ ਹੈਗਾ ਸਾਰਿਆਂ ਦੇ ਲਈ, ਕਿ ਆਪਣੀ ਕਮਿਊਨਿਟੀ ਦੇ ਬੰਦੇ ਬਹੁਤ ਘੱਟ ਹੈਗੇ ਜੋ ਕਿ ਇਸ ਕੰਮ ਦੇ ਵਿੱਚ ਜਾਂਦੇ ਹੈਗੇ। ਲੋਕੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੋ ਕਰਦੇ ਆ ਉੱਦਾਂ ਹੀ ਉਹੀ ਕਰਦੇ ਰਹਿੰਦੇ ਹੈਗੇ ਆ। ਤੇ ਜੌਬ ਦੇ ਵਿੱਚ ਆਉਣਾ ਚਾਹੀਦਾ ਹੈਗਾ, ਬਹੁਤ ਵਧੀਆ ਜੌਬ ਹੈਗੀ ਹੈ, ਬੈਨੀਫਿਟ ਹੈਗੇ ਆ, ਤੇ ਤੁਹਾਨੂੰ ਪੈਨਸ਼ਨ ਪਲਾਨ ਹੈਗੇ ਆ, ਤੇ ਮੇਰੇ ਖਿਆਲ ਤੋਂ ਇਦਾਂ ਹੀ ਜੌਬ ਤੁਹਾਨੂੰ ਕਿਤੇ ਹੋਰ ਮਿਲ ਨਹੀਂ ਸਕਦੀ, ਜਿੱਦਾਂ ਕਿ ਆਪਣਾ ਰਿਟਾਇਰਮੈਂਟ ਪਲਾਨ ਜੋ ਕਿ ਬਹੁਤ ਵਧੀਆ ਹੁੰਦਾ ਹੈਗਾ ਬੰਦੇ ਦਾ। Leonard, before we let you go, your message to the community. Okay, well, again, I want to thank you for having us, and again, we have these opportunities coming up in the next year. We have the traffic exam, the school safety exam, and the 911 exam. So I urge you to take advantage of these. These are,
stable government jobs with good pay and good benefits, and there's room for growth in each of these titles. So I strongly encourage you to join us and start a career with New York's finest. And an opportunity to work for the country that has given you a new life here. So ਇਹ ਸਾਰੇ ਜਿਹੜੇ ਮੌਕੇ ਨੇ ਇਹ ਤੁਹਾਡੇ ਵਾਸਤੇ ਖੁੱਲੇ ਨੇ, ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਤੁਸੀਂ ਵੈਬਸਾਈਟਸ ਤੇ ਫੇਸਬੁੱਕ, ਟਵਿੱਟਰ ਜਾਂ ਇੰਸਟਾਗ੍ਰਾਮ ਕਿਸੇ ਵੀ ਰਸਤੇ ਦੇ ਨਾਲ ਕਨੈਕਟ ਕਰ ਸਕਦੇ ਹੋ। Once again, thank you very much gentlemen for being here and for spending your time with us. Great, thank you so much. Thank you so much. ਅਗਲੀ ਵਾਰ ਫਿਰ ਕਿਸੇ ਹੋਰ ਇਸ਼ੂ ਦੇ ਨਾਲ ਮਿਲਾਂਗੇ, ਉਦੋਂ ਤੱਕ ਦੇ ਲਈ ਧੰਨਵਾਦ।